आजादी दा अमृत महा उत्सव। ਬੀਬੀ ਰਘਬੀਰ ਕੌਰ ਐਮਐਲਏ ਨਿਸ਼ਕਾਮ ਅਤੇ ਅਣਥੱਕ ਵਿਰਾਂਗਣਾ ਸੀ। ਬੀਬੀ ਰਘਬੀਰ ਕੌਰ ਐਮਐਲਏ ਜਿਸ ਨੇ ਪੰਜਾਬ ਦੇ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਬੰਦ ਖਲਾਸੀ ਲਈ ਉਹਨਾਂ ਨੂੰ ਜਥੇਬੰਦ ਕਰਨ, ਉਹਨਾਂ ਦੇ ਹੱਕਾਂ ਹਿੱਤਾਂ ਲਈ ਵਿੱਢੇ ਸੰਗਰਾਮਾਂ ਨੂੰ ਅੱਗੇ ਵਧਾਉਣ ਅਤੇ ਇੱਕ ਵਿਧਾਨਕਾਰਾ ਦੇ ਰੂਪ ਵਿੱਚ ਪੰਜਾਬ ਦੀ ਵਿਧਾਨ ਸਭਾ ਨੂੰ ਅੰਗਰੇਜ਼ੀ ਰਾਜ ਵਿਰੁੱਧ ਆਵਾਜ਼ ਬੁਲੰਦ ਕਰਨ ਵਾਸਤੇ ਉਸ ਨੂੰ ਇੱਕ ਮੰਚ ਵਜੋਂ ਇਸਤੇਮਾਲ ਕਰਨ ਦੇ ਪ੍ਰਯੋਗ ਦੀ ਪਹਿਲ ਕੀਤੀ। ਕਾਂਗਰਸ ਵੱਲੋਂ ਸ਼ੁਰੂ ਕੀਤੀ ਨਾ ਮਿਲਵਰਤਨ ਲਹਿਰ ਰਾਹੀਂ 1930 ਵਿੱਚ ਉਸਨੇ ਆਪਣਾ ਰਾਜਸੀ ਜੀਵਨ ਸ਼ੁਰੂ ਕਰਕੇ ਫਿਰ ਕਿਰਤੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਆਪਣਾ ਸਾਰਾ ਜੀਵਨ ਲੋਕਾਂ ਦੇ ਲਿਖੇ ਲਾ ਦਿੱਤਾ। ਉਹਨਾਂ ਦੇਸ਼ ਦੀ ਆਜ਼ਾਦੀ ਲਈ ਅਤੇ ਕਿਰਤੀ ਕਿਸਾਨਾਂ ਲਈ ਬੜਾ ਕੰਮ ਕੀਤਾ। ਕਈ ਵਾਰ ਜੇਲ੍ਹ ਯਾਤਰਾ ਕੀਤੀ। ਕਿਰਤੀ ਕਿਸਾਨਾਂ ਦੇ ਉਹ ਉੱਘੇ ਲੀਡਰਾਂ ਵਿੱਚੋਂ ਰਹੇ। 1936 ਦੀਆਂ ਚੋਣਾਂ ਵਿੱਚ ਉਹ ਅੰਮ੍ਰਿਤਸਰ ਤੋਂ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ ਅਤੇ 1946 ਤੱਕ ਮੈਂਬਰ ਰਹੇ। ਇਸ ਤੋਂ ਪਹਿਲਾਂ ਉਹਨਾਂ ਅਕਾਲੀ ਲਹਿਰ ਕਾਂਗਰਸ ਸੱਤਿਆਗ੍ਰਹਿ ਵਿੱਚ ਜੇਲ੍ਹ ਯਾਤਰਾ ਕੀਤੀ। ਉਹਨਾਂ ਦਾ ਸਾਰਾ ਜੀਵਨ ਦੇਸ਼ ਅਤੇ ਲੋਕ ਸੇਵਾ ਵਿੱਚ ਲੰਘਿਆ। ਮਾਸਟਰ ਕਾਬਲ ਸਿੰਘ ਮਾਸਟਰ ਕਾਬਲ ਸਿੰਘ ਦਾ ਜਨਮ ਜਲੰਧਰ ਦੇ ਪਿੰਡ ਗੋਬਿੰਦਪੁਰ, ਥਾਣਾ ਬੰਗਾ ਵਿਖੇ 5 ਨਵੰਬਰ 1902 ਨੂੰ ਪਿਤਾ ਰੜਾ ਸਿੰਘ ਅਤੇ ਮਾਤਾ ਨੰਦ ਕੌਰ ਦੇ ਘਰ ਹੋਇਆ। ਸਿਰੜੀ ਦੇਸ਼ ਭਗਤ ਹੋਣ ਕਰਕੇ ਛੋਟੀ ਉਮਰ ਵਿੱਚ ਹੀ ਉਹਨਾਂ ਨੂੰ 30 ਬੈਂਤਾਂ ਦੀ ਸਜ਼ਾ ਸੁਣਾਈ ਗਈ। ਉਹ ਪੰਜਾਬ ਅਸੈਂਬਲੀ ਵਾਸਤੇ 1936 ਤੋਂ 1946 ਤੱਕ ਅਸੈਂਬਲੀ ਦੇ ਮੈਂਬਰ ਰਹੇ। ਵਿਧਾਨਕਾਰ ਦੇ ਨਾਲ-ਨਾਲ ਉਹ ਇੱਕ ਮੰਜੇ ਹੋਏ ਚਿੰਤਕ ਵੀ ਸਨ। ਜਲੰਧਰ ਮਿਊਨਿਸਪਲ ਕਮੇਟੀ ਦੇ ਉਹ ਆਜ਼ਾਦੀ ਤੋਂ ਬਾਅਦ ਪਹਿਲੇ ਪ੍ਰਧਾਨ ਬਣੇ। ਪੰਜਾਬ ਦੀ ਗੋਪੀਚੰਦ ਭਾਰਗੋ ਸਰਕਾਰ ਸਮੇਂ ਉਹ ਪਾਰਲੀਮਾਨੀ ਸਕੱਤਰ ਵੀ ਬਣਾਏ ਗਏ। 13 ਦਸੰਬਰ 1974 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਫਰੈਡਾ ਬੇਦੀ ਫਰੈਡਾ ਬੇਦੀ ਦਾ ਜਨਮ 5 ਫਰਵਰੀ 1911 ਨੂੰ ਇੰਗਲੈਂਡ ਵਿੱਚ ਇੱਕ ਘੜੀ ਸਾਜ਼ ਦੇ ਘਰ ਹੋਇਆ। ਆਪਣੀ ਕਾਬਲੀਅਤ ਨਾਲ ਵਜ਼ੀਫਾ ਲੈ ਕੇ ਉਹ ਆਕਸਫੋਰਡ ਪਹੁੰਚ ਗਈ, ਜਿੱਥੇ ਉਸਨੇ ਪ੍ਰੋਫੈਸਰ ਲਾਸਕੀ ਦੇ ਲੈਕਚਰਾਂ ਤੋਂ ਪ੍ਰਭਾਵਿਤ ਹੋ ਕੇ ਮਾਰਕਸਵਾਦ ਪੜ੍ਹਨਾ ਸ਼ੁਰੂ ਕੀਤਾ। ਇੱਥੇ ਹੀ ਉਸ ਦਾ ਮੇਲ ਭਗਤ ਪਿਆਰੇ ਲਾਲ ਬੇਦੀ ਯਾਨੀ BPL ਬੇਦੀ ਨਾਲ ਹੋਇਆ ਤੇ ਉਸ ਨਾਲ ਮਿਲ ਕੇ ਉਹਨਾਂ ਨੇ ਮਾਰਕਸ ਦੀਆਂ ਚਿੱਠੀਆਂ ਨੂੰ ਐਡਿਟ ਕੀਤਾ। 24 ਅਕਤੂਬਰ 1931 ਨੂੰ ਮਹਾਤਮਾ ਗਾਂਧੀ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ 2 ਲੈਕਚਰ ਦਿੱਤੇ, ਜਿਨ੍ਹਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਉਸ ਤੋਂ ਪਹਿਲਾਂ ਰਵਿੰਦਰਨਾਥ ਟੈਗੋਰ ਤੋਂ ਵੀ ਪ੍ਰਭਾਵਿਤ ਹੋ ਕੇ ਉਹਨਾਂ ਨੇ ਹਿੰਦੁਸਤਾਨ ਦੀ ਪੁਰਾਣੀ ਫਿਲਾਸਫੀ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਸਨ। 12 ਜੂਨ 1933 ਨੂੰ ਫਰੈਡਾ ਨੇ ਭਗਤ ਪਿਆਰੇ ਲਾਲ ਬੇਦੀ ਨਾਲ ਸ਼ਾਦੀ ਕਰ ਲਈ। ਹਿਟਲਰ ਦੇ ਸ਼ਾਸਨ ਸਮੇਂ ਉਹ ਨਾਰਵੇ ਤੋਂ ਭਾਰਤ ਆ ਗਈ ਤੇ ਇਹ ਦੋਵੇਂ ਕਮਿਊਨਿਸਟ ਪਾਰਟੀ ਅਤੇ ਕਾਂਗਰਸ ਸੋਸ਼ਲਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਾਰਟੀ ਫੈਸਲੇ ਅਨੁਸਾਰ ਉਹਨਾਂ ਨੇ ਪਿੰਡਾਂ ਵਿੱਚ ਜਲਸੇ ਸ਼ੁਰੂ ਕਰਕੇ ਕਿਸਾਨਾਂ ਅਤੇ ਔਰਤਾਂ ਦੇ ਮਸਲਿਆਂ ਉੱਪਰ ਲੈਕਚਰ ਕਰਨੇ ਸ਼ੁਰੂ ਕੀਤੇ। ਇਹਨਾਂ ਦੇ ਜਲਸਿਆਂ ਵਿੱਚ ਪਿੰਡਾਂ ਦੇ ਲੋਕ ਵਹੀਰਾਂ ਕੱਤ ਕੇ ਸ਼ਾਮਿਲ ਹੁੰਦੇ। ਉਹ ਇਸ ਕਰਕੇ ਵੀ ਵੱਡੀ ਗਿਣਤੀ ਵਿੱਚ ਸੁਣਨ ਆਉਂਦੇ ਸਨ ਕਿ ਇੱਕ ਅੰਗਰੇਜ਼ ਲੜਕੀ ਹੋਣ ਦੇ ਬਾਵਜੂਦ ਉਹ ਅੰਗਰੇਜ਼ ਸਰਕਾਰ ਵਿਰੁੱਧ ਬੋਲਦੀ ਸੀ ਅਤੇ ਉਹਨਾਂ ਨੂੰ ਕਹਿੰਦੀ ਸੀ ਕਿ ਅੰਗਰੇਜ਼ਾਂ ਨੂੰ ਬਾਹਰ ਕੱਢੋ ਤਾਂ ਹੀ ਤੁਸਾਂ ਦਾ ਭਲਾ ਹੋਏਗਾ। ਪਹਿਲਾ ਜਲਸਾ ਜਿਸ ਨੂੰ ਫਰੈਡਾ ਨੇ ਸੰਬੋਧਨ ਕੀਤਾ ਉਹ ਡੇਰਾ ਬਾਬਾ ਨਾਨਕ ਵਿਖੇ ਸੀ, ਜਿਸ ਵਿੱਚ 24,000 ਲੋਕ ਸ਼ਾਮਿਲ ਹੋਏ ਅਤੇ ਤਾੜੀਆਂ ਮਾਰ-ਮਾਰ ਕੇ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਨਾਅਰੇ ਮਾਰ ਕੇ ਉਸ ਦੀ ਤਕਰੀਰ ਦਾ ਸਵਾਗਤ ਕੀਤਾ ਸੀ।
बीपीएल बेदी ਨੂੰ ਗ੍ਰਿਫਤਾਰ ਕਰਕੇ ਦਿਓਲੀ ਕੈਂਪ ਜੇਲ੍ਹ ਵਿੱਚ ਬੰਦ ਕੀਤਾ ਗਿਆ ਤਾਂ ਫਰੈਡਾ ਨੇ ਵੀ ਡੀਸੀ ਨੂੰ ਪੱਤਰ ਲਿਖ ਕੇ ਕੈਦ ਹੋਣ ਬਾਬਤ ਆਪਣੇ ਫੈਸਲੇ ਨੂੰ ਦੱਸਿਆ। ਗ੍ਰਿਫਤਾਰੀ ਉਪਰੰਤ ਫਰੈਡਾ ਨੂੰ ਲਾਹੌਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਦਾਲਤ ਵਿੱਚ ਪੇਸ਼ ਕਰਨ ਸਮੇਂ ਅੰਗਰੇਜ਼ ਜੱਜ ਨੇ ਫਰੈਡਾ ਨੂੰ ਗੁੱਸੇ ਵਿੱਚ ਆ ਕੇ 6 ਮਹੀਨੇ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਦਿੱਤੀ ਕਿਉਂਕਿ ਉਹ ਅੰਗਰੇਜ਼ ਹੁੰਦੇ ਹੋਏ ਵੀ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਭਾਰਤੀਆਂ ਨੂੰ ਭੜਕਾਉਂਦੀ ਸੀ। 28 ਮਾਰਚ 1977 ਨੂੰ ਦਿੱਲੀ ਵਿੱਚ ਫਰੈਡਾ ਬੇਦੀ ਦਾ ਦੇਹਾਂਤ ਹੋ ਗਿਆ। ਅਰਜਨ ਸਿੰਘ ਗੜਗੱਜ। ਅਰਜਨ ਸਿੰਘ ਗੜਗੱਜ ਦਾ ਜਨਮ ਸਨ 1909 ਨੂੰ ਤਰਨਤਾਰਨ ਵਿੱਚ ਸਰਦਾਰ ਸੁੰਦਰ ਸਿੰਘ ਤੇ ਮਾਤਾ ਬਿਸ਼ਨ ਦੇਵੀ ਦੇ ਘਰ ਹੋਇਆ। ਜਨਮ ਤੋਂ ਪਹਿਲਾਂ ਉਹਨਾਂ ਦੇ ਬਾਬਾ ਗੰਡਾ ਸਿੰਘ ਦੀਆਂ ਅੱਖਾਂ ਦੀ ਨਜ਼ਰ ਬੰਦ ਹੋ ਚੁੱਕੀ ਸੀ, ਪਰ ਗੜਗੱਜ ਦੇ ਜਨਮ ਪਿੱਛੋਂ ਉਹਨਾਂ ਨੂੰ ਇੱਕ ਅੱਖ ਵਿੱਚੋਂ ਦਿਖਾਈ ਦੇਣ ਲੱਗ ਪਿਆ ਤਾਂ ਇਸ ਕਰਕੇ ਬਾਬਾ ਜੀ ਨੇ ਉਹਦਾ ਪਹਿਲਾ ਨਾਮ ਕਰਮ ਸਿੰਘ ਰੱਖਿਆ ਸੀ। ਗੜਗੱਜ ਪੜ੍ਹਨ ਵਿੱਚ ਹੁਸ਼ਿਆਰ ਸੀ। ਜਲਿਆਂਵਾਲਾ ਬਾਗ ਦੇ ਸਾਕੇ ਨੇ ਉਸ ਤੇ ਗਹਿਰਾ ਅਸਰ ਕੀਤਾ ਸੀ। ਛੋਟੀ ਉਮਰੇ ਹੀ ਉਹ ਆਜ਼ਾਦੀ ਦੀ ਲਹਿਰ ਵੱਲ ਖਿੱਚਿਆ ਗਿਆ। ਅਕਾਲੀ ਲਹਿਰ ਦੇ ਪ੍ਰਭਾਵ ਹੇਠ ਅੰਮ੍ਰਿਤ ਛਕਣ ਸਮੇਂ ਉਸਨੇ ਆਪਣਾ ਨਾਮ ਕਰਮ ਸਿੰਘ ਬਦਲ ਕੇ ਅਰਜਨ ਸਿੰਘ ਗੜਗੱਜ ਰੱਖ ਲਿਆ। 12 ਸਾਲ ਦੀ ਉਮਰ ਵਿੱਚ ਉਸਨੇ ਕਵਿਤਾ ਲਿਖੀ ਅਤੇ ਇੱਕ ਦੀਵਾਨ ਵਿੱਚ ਪੜ੍ਹੀ, ਨਹੀਂ ਰੱਖਣੀ ਸਰਕਾਰ ਜ਼ਾਲਮ ਅਸੀਂ ਨਹੀਂ ਰੱਖਣੀ। ਇਸ ਕਵਿਤਾ ਦੀ ਪ੍ਰਸਿੱਧੀ ਨਾਲ ਉਸਦਾ ਉਤਸ਼ਾਹ ਵਧਿਆ ਅਤੇ ਅੱਗੇ ਕਵਿਤਾ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਦੀ ਜੇਲ੍ਹ ਵਿੱਚ ਜ਼ਿੰਦਗੀ 1922 ਤੋਂ ਸ਼ੁਰੂ ਹੋ ਕੇ 1952 ਤੱਕ ਲਗਾਤਾਰ ਚੱਲਦੀ ਰਹੀ ਅਤੇ 1952 ਵਿੱਚ ਜਾ ਕੇ ਉਸ ਦੀ ਖਲਾਸੀ ਹੋਈ। ਸਭ ਤੋਂ ਔਖੀ ਜੇਲ੍ਹ ਉਹਨਾਂ ਨੇ ਉਦੋਂ ਕੱਟੀ ਜਦੋਂ ਉਹ ਐਲਾਨੇ ਜੰਗ ਪੱਤਰਿਕਾ ਦੇ ਸਬੰਧ ਵਿੱਚ ਫੜੇ ਗਏ। 3 ਰਾਜਸੀ ਦੌਰਾਂ ਵਿੱਚੋਂ ਦੀ ਗੁਜ਼ਰਦੇ ਹੋਏ ਉਹ ਪਹਿਲਾਂ ਅਕਾਲੀ ਲਹਿਰ, ਫਿਰ ਕਾਂਗਰਸ ਅਤੇ ਅੰਤ ਵਿੱਚ ਇੱਕ ਮਿਸਾਲੀ ਕਮਿਊਨਿਸਟ ਆਗੂ ਵਜੋਂ ਵਿਚਰਦੇ ਰਹੇ। ਉਹ ਬਹੁਤ ਵੱਡੇ ਪੱਤਰਕਾਰ, ਕਵੀ, ਵਾਰਤਾਕਾਰ, ਪਰ ਸਭ ਤੋਂ ਵੱਡੇ ਮਨੁੱਖ ਸਨ। ਇਹ ਮਹਾਨ ਦੇਸ਼ ਭਗਤ ਆਖਰੀ ਸਮੇਂ ਤੱਕ ਨਵਾਂ ਜ਼ਮਾਨਾ ਅਖਬਾਰ ਦੇ ਨਾਲ ਜੁੜੇ ਰਹੇ। ਅਰਜਨ ਸਿੰਘ ਗੜਗੱਜ 10 ਮਾਰਚ 1963 ਨੂੰ ਸਦੀਵੀ ਵਿਛੋੜਾ ਦੇ ਗਏ। ਇੰਦਰ ਸਿੰਘ ਮੁਰਾਰੀ। ਇੰਦਰ ਸਿੰਘ ਮੁਰਾਰੀ ਦਾ ਜਨਮ ਸਰਾਏ ਅਮਾਨਤ ਖਾਂ ਅੰਮ੍ਰਿਤਸਰ ਦੇ ਸਰਦਾਰ ਈਸ਼ਰ ਸਿੰਘ ਅਤੇ ਮਾਤਾ ਕਿੱਸੋ ਦੇ ਘਰ ਹੋਇਆ। ਦੇਸ਼ ਭਗਤੀ ਦੇ ਨਸ਼ੇ ਵਿੱਚ ਉਸ ਦਾ ਕੋਈ ਘਰ ਘਾਟ ਨਹੀਂ ਸੀ ਅਤੇ ਨਾ ਹੀ ਕੋਈ ਠਿਕਾਣਾ ਬਣਾਇਆ। ਉਸਨੇ ਜੀਵਨ ਨਿਜ ਵਾਸਤੇ ਨਹੀਂ ਸਗੋਂ ਦੇਸ਼ ਵਾਸਤੇ ਅਰਪਿਤ ਕੀਤਾ। ਉਹ ਅਜਿਹਾ ਇਨਕਲਾਬੀ ਸੀ ਕਿ ਕਿਰਤੀ ਲਹਿਰ ਵਿੱਚ ਜਿਸ ਜ਼ਿੰਮੇਵਾਰੀ ਨੂੰ ਕੋਈ ਨਿਭਾਉਣ ਵਾਸਤੇ ਤਿਆਰ ਨਾ ਹੁੰਦਾ, ਉਸ ਨੂੰ ਇੰਦਰ ਸਿੰਘ ਮੁਰਾਰੀ ਸਿਰੇ ਚਾੜਦਾ। ਕਾਮਰੇਡ ਜਗੀਰ ਸਿੰਘ ਜੋਗਾ। ਕਾਮਰੇਡ ਜਗੀਰ ਸਿੰਘ ਜੋਗਾ ਦਾ ਜਨਮ ਉੱਤਮ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ 11 ਅਕਤੂਬਰ 1908 ਨੂੰ ਹੋਇਆ। ਉਹਨਾਂ 10ਵੀਂ ਦੀ ਪੜ੍ਹਾਈ ਰਜਿੰਦਰਾ ਹਾਈ ਸਕੂਲ ਬਠਿੰਡਾ ਤੋਂ ਕੀਤੀ। ਉਹ ਰਿਆਸਤੀ ਪਰਜਾ ਮੰਡਲ ਦੇ ਆਗੂਆਂ ਵਿੱਚੋਂ ਸਨ। ਦੇਸ਼ ਭਗਤੀ ਦੀ ਗੁੜਤੀ ਉਹਨਾਂ ਨੂੰ ਵਿਰਾਸਤ ਵਿੱਚ ਮਿਲੀ ਸੀ। ਮਾਨਸਾ ਵਿਖੇ ਪਹਿਲੀ ਕਾਨਫਰੰਸ ਸਮੇਂ ਰਿਆਸਤੀ ਪਰਜਾ ਮੰਡਲ ਦੀ ਸਥਾਪਨਾ ਹੋਈ ਸੀ। ਉਹ ਇੰਨੇ ਜੁਝਾਰੂ ਸਨ ਕਿ 1931 ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਦੇ ਥੱਪੜ ਮਾਰ ਕੇ ਉਹਨਾਂ ਨੇ ਤਹਿਲਕਾ ਮਚਾ ਦਿੱਤਾ ਸੀ। ਦੇਸ਼ ਦਰਦੀ
ਅਤੇ ਰਿਆਸਤੀ ਦੁਨੀਆ ਦੇ ਬਾਨੀਆਂ ਵਿੱਚੋਂ ਉਹ ਇੱਕ ਸਨ। ਸਰਦੂਲ ਸਿੰਘ ਕਵੀਸ਼ਰ ਸੂਰਮਿਆਂ ਮਰਦਾਂ ਨੇ ਆਖਿਆ ਬਣ ਕੇ ਬੱਬਰ ਅਕਾਲੀ, ਹੁਣ ਵਾਦਾ ਜਰਨਾ ਨਹੀਂ ਸਭਨਾ ਰਲ ਕੇ ਕਸਮ ਉਠਾਲੀ। ਉਹ ਜੋ ਦੇਸ਼ ਦਾ ਵੈਰੀ ਹੈ ਉਸ ਨੂੰ ਜਾਨੋਂ ਮਾਰ ਮਕਾਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਸੂਰਮਿਆਂ ਬੱਬਰਾਂ ਨੇ ਆਖਿਆ ਬਣ ਕੇ ਬੱਬਰ ਅਕਾਲੀ, ਹੁਣ ਵਾਦਾ ਜਰਨਾ ਨਹੀਂ ਸਭਨਾ ਰਲ ਕੇ ਕਸਮ ਉਠਾਲੀ। ਉਹ ਜੋ ਦੇਸ਼ ਦਾ ਵੈਰੀ ਹੈ ਉਸ ਨੂੰ ਜਾਨੋਂ ਮਾਰ ਮਕਾਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਪੂਰੇ ਮਾਲਕ ਨੂੰ ਕਿਉਂ ਪੂਰੇ ਮਾਲਕ ਨੂੰ ਦਿਲ ਦੀ ਕਾਲੀ ਚਮੜੀ ਚਿੱਟੀ, ਕੀ ਅਣਖੀ ਸੌਂ ਗਏ ਨੇ ਆਖੇ ਭਾਰਤ ਦੇਸ਼ ਦੀ ਮਿੱਟੀ। ਉਹ ਜੋ ਵਾਅਦੇ ਕਰਦੇ ਨੇ ਆਖਰ ਪੈ ਜੂਗਾ ਪਛਤਾਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਦਿਲ ਜੱਲਿਆਂ ਵਾਲੇ ਦੀ ਪਈ ਦਿਨ ਜੱਲਿਆਂ ਵਾਲੇ ਦੀ, ਧਰਤੀ ਨਾਲ ਖੂਨ ਦੇ ਰੰਗੀ, ਉਸ ਲੰਡਨ ਵਾਸੀ ਦੀ ਸਾਨੂੰ ਚਾਲ ਨਹੀਂ ਲੱਗਦੀ ਚੰਗੀ। ਉਹ ਸਾਕਾ ਨਨਕਾਣੇ ਦਾ ਸਾਕਾ ਨਨਕਾਣੇ ਦਾ ਔਖਾ ਮਰਦੋ ਦਿਲੋਂ ਭਲਾਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਅਸੀਂ ਬੇਟੇ ਗੋਬਿੰਦ ਦੇ ਸਿੰਘ ਅਜੀਤ ਜੁਝਾਰ ਦੇ ਭਾਈ, ਜਿੰਨਾ ਆਜੂ ਥੋੜੀ ਸੀ ਜੰਗ ਵਿੱਚ ਕੰਬ ਗਈ ਬਾਦਸ਼ਾਹੀ। ਓਏ ਅਸੀਂ ਬੰਦੇ ਜੋੜੇ ਦਾ ਕੇਰਾ ਫਿਰ ਇਤਿਹਾਸ ਦੁਹਰਾਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਹੁਣ ਜੋਧੇ ਅਰਜਨ ਦੇ ਮੁੜ ਕੇ ਤੀਰ ਚਾਹੀਦੇ ਚੱਲੇ, ਕਈ ਸੀਤਾ ਰੋ ਰਹੀਆਂ ਰਾਮਾ ਹੱਕ ਰਾਵਣ ਨੇ ਮੱਲੇ। ਓਏ ਜਨਮ ਅਮੋਲਕ ਹੈ ਇਸਨੇ ਬਾਰ-ਬਾਰ ਨਹੀਂ ਆਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਜਦ ਚੀਰ ਲੱਥ ਰਹੇ ਨੇ ਪਾਂਡੋ ਰਹਿਣ ਕਿਸ ਤਰ੍ਹਾਂ ਸੁੱਤੇ, ਗਿੱਦੜਾਂ ਦੇ ਢਾਣੇ ਨੇ ਪਾਲਿਆ ਜਾਲ ਸ਼ੇਰ ਦੇ ਉੱਤੇ। ਉਹ ਜੋ ਟੌਟੀ ਕਰ ਰਹੇ ਨੇ ਸਭ ਨੂੰ ਘਰੇ ਆਰਾਮ ਪਹੁੰਚਾਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਟੋਲੀ ਰਾਜਾਂ ਦੀ ਬੈਠੀ ਬਣ ਗੋਰੇ ਦੀ ਚੇਲੀ, ਚੁਣ ਚੁਣ ਕੇ ਮਾਰ ਦਈਏ ਜਿਹੜੇ ਹਨ ਗੋਰੇ ਦੇ ਬੇਲੀ। ਉਹ ਪਹਿਲਾਂ ਕਰਿਓ ਨਾ ਜਿਨ੍ਹਾਂ ਨੇ ਬੋਲ ਤੋੜ ਚੜਾਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਨਾਮ ਧਾਰੀ ਪੰਥ ਨੇ ਵੀ ਕੀਤੀ ਹੱਦੋਂ ਵੱਧ ਕੁਰਬਾਨੀ, ਉਹ ਜ਼ਿਲ੍ਹਾ ਵਤਨ ਹੋ ਗਏ ਜਿਹੜੇ ਜੁਗ ਗਰਦਾਂ ਦੇ ਬਾਨੀ। ਉਹ ਪਰਦੇਸੀ ਪੋਰੇ ਨੂੰ ਹਿੰਦੀ ਫੁੱਲਾਂ ਉਤੋਂ ਉਡਾਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਉਹ ਜੀ ਜੋ ਦੇਸ਼ ਸਿਪਾਹੀਆਂ ਨੂੰ ਝੋਲੀ ਚੁੱਕ ਰਹੇ ਮਰਵਾਉਂਦੇ, ਗੋਰੇ ਦੇ ਯਾਰ ਬਣੇ ਸਾਡੇ ਮਨ ਨੂੰ ਨਹੀਂ ਉਹ ਪਾਉਂਦੇ। ਓਏ ਕੋਮਲ ਦਿਲ ਹੀਰਾ ਪੈਣਾ ਸੂਲੀ ਉਤੇ ਨਚਾਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਲਛਮਣ ਸਿੰਘ ਵਰਗੇ ਕਈ ਜਲ ਗਏ ਸ਼ਮਾ ਉਤੇ ਪਰਵਾਨੇ, ਮਰਦਾ ਹੁਣ ਰਣ ਕਹਿੰਦਾ ਮੁੜ ਕੇ ਅਣਖੁਮਾਰ ਦੀ ਤਾਨੇ। ਹੋਰਾ ਰੋਕੂ ਫਰੀਅਰ ਜੋ ਉਸ ਨੂੰ ਚਾਹੀਏ ਪਾਰ ਬੁਲਾਉਣਾ, ਸੋ ਭਾਰਤ ਮਾਤਾ ਦੀ ਆਪਾਂ ਦੇਸ਼ ਦੀ ਖਾਤਰ ਲਾਉਣਾ। ਸਭ ਮਰਦ ਦਲੇਰਾਂ ਨੇ ਕਰਕੇ ਹਾਂ ਦੇਤੀ ਮਨਜ਼ੂਰੀ, ਝੋਲੀ ਚੁੱਕ ਮਾਰ ਦਿਓ ਸਭ ਤੋਂ ਪਹਿਲਾਂ ਕੰਮ ਜ਼ਰੂਰੀ। ਉਹ ਮਰਦਾਂ ਨੂੰ ਜੋ ਵੀ ਸਾ ਚਾਹੀਏ ਨਹੀਂ ਨਿਸ਼ਾਨਿਓ ਪਾਉਣਾ,
ਸਰਦੂਲ ਸਿੰਘ ਕਵੀਸ਼ਰ ਇੱਕ ਕੌਮੀ ਪੱਧਰ ਦੇ ਸਿਆਸੀ ਆਗੂ ਸਨ, ਜਿਨ੍ਹਾਂ ਦਾ ਜਨਮ 1886 ਵਿੱਚ ਅੰਮ੍ਰਿਤਸਰ ਦੇ ਇੱਕ ਕਵੀਸ਼ਰ ਖਾਨਦਾਨ ਵਿੱਚ ਹੋਇਆ ਸੀ। ਇਹਨਾਂ ਦੇ ਦਾਦਾ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਪਾਸੋਂ ਦਰਬਾਰੀ ਕਵੀਸ਼ਰ ਹੋਣ ਦਾ ਖਿਤਾਬ ਮਿਲਿਆ ਹੋਇਆ ਸੀ। ਸਰਦੂਲ ਸਿੰਘ ਕਵੀਸ਼ਰ ਨੇ 1909 ਵਿੱਚ BA ਦੀ ਡਿਗਰੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪ੍ਰਾਪਤ ਕੀਤੀ। 1912 ਵਿੱਚ ਅੰਗਰੇਜ਼ਾਂ ਵੱਲੋਂ ਰਕਾਬਗੰਜ ਗੁਰਦੁਆਰੇ ਦੀ ਕੰਧ ਢਾਹ ਦਿੱਤੇ ਜਾਣ ਸਮੇਂ ਉਹ ਦਿੱਲੀ ਵਿੱਚ ਸਿੱਖ ਰਿਵਿਊ ਨਾਮ ਦਾ ਰਸਾਲਾ ਛਾਪਦੇ ਸਨ। ਉਹਨਾਂ ਨੇ ਆਪਣੇ ਰਸਾਲੇ ਰਾਹੀਂ ਇਹ ਮਸਲਾ ਚੁੱਕਿਆ ਤਾਂ ਉਹਨਾਂ ਨੂੰ ਦਿੱਲੀ ਛੱਡਣ ਦਾ ਆਦੇਸ਼ ਕਰ ਦਿੱਤਾ ਗਿਆ। ਕੁਝ ਕਾਰਨਵਸ ਕਾਂਗਰਸ ਤੋਂ ਨਾਰਾਜ਼ ਹੋ ਕੇ ਉਹ ਸੁਭਾਸ਼ ਚੰਦਰ ਬੋਸ ਵੱਲੋਂ ਗਠਿਤ ਕੀਤੀ ਗਈ ਫਾਰਵਰਡ ਬਲਾਕ ਵਿੱਚ ਸ਼ਾਮਿਲ ਹੋਏ। ਉਹਨਾਂ ਦਾ ਦੇਹਾਂਤ 26 ਮਾਰਚ 1963 ਨੂੰ ਦਿੱਲੀ ਵਿੱਚ ਹੋਇਆ। ਸ਼ਹੀਦ ਦਲੀਪ ਸਿੰਘ ਪੁੱਤਰ ਲਾਭ ਸਿੰਘ ਪਿੰਡ ਧਾਮੀਆਂ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਹਰਿਆਣਾ। ਮਹਿਜ਼ 18 ਸਾਲ ਦੀ ਉਮਰ ਵਿੱਚ ਉਹ ਬੱਬਰ ਅਕਾਲੀ ਆਗੂ ਜਥੇਦਾਰ ਕਿਸ਼ਨ ਸਿੰਘ ਗੜਗੱਜ, ਜਥੇਦਾਰ ਕਰਮ ਸਿੰਘ ਦੌਲਤਪੁਰ, ਉਦੈ ਸਿੰਘ ਝੁੰਗੀਆਂ ਅਤੇ ਧੰਨਾ ਸਿੰਘ ਬਹਿਬਲਪੁਰ ਦੇ ਬਹੁਤ ਨੇੜਲੇ ਸਨ ਅਤੇ ਉਹਨਾਂ ਦੇ ਬਹੁਤ ਪਿਆਰੇ ਅਤੇ ਇਤਬਾਰੀ ਸਨ। ਦਲੇਰੀ ਉਹਨਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਬੱਬਰ ਅਕਾਲੀ ਸਾਜ਼ਿਸ਼ ਕੇਸ ਦੂਜੇ ਵਿੱਚ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। 27 ਫਰਵਰੀ 1926 ਨੂੰ ਉਹਨਾਂ ਨੂੰ 5 ਸਾਥੀਆਂ ਜਥੇਦਾਰ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਮਾਣਕੋ, ਨੰਦ ਸਿੰਘ ਕੁੜਿਆਲ, ਧਰਮ ਸਿੰਘ ਹਯਾਤਪੁਰ ਅਤੇ ਬਾਬੂ ਸੰਤਾ ਸਿੰਘ ਦੇ ਨਾਲ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ। ਸ਼ਹੀਦ ਭਗਤ ਸਿੰਘ ਇਹਨਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਹਨਾਂ ਨੇ ਇਸੇ ਪ੍ਰਭਾਵ ਹੇਠ ਉਹਨਾਂ ਦੀ ਜੀਵਨੀ ਬਾਬਤ ਕਿਰਤੀ ਵਿੱਚ ਵੀ ਛਾਪਿਆ ਸੀ।